ਜੇ ਨਾ ਸਿੱਧੂ ਨੇ ਆਪਣੇ ਦਿਮਾਗ ਤੋਂ ਸੋਚਣਾ, ਨਾ ਸਿੱਧੂ ਦੀ ਜ਼ੁਬਾਨ ਤੇ ਕੰਟਰੋਲ ਹੈ, ਨਾ ਸਿੱਧੂ ਦੀ ਬੋਡੀ ਲੈਂਗੁਏਜ ਤੇ ਕੰਟਰੋਲ ਹੈ। ਜੇ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਵਿਧਾਨ ਸਭਾ ਤੋਂ ਲੈ ਕੇ ਗਰਾਊਂਡ ਲੈਵਲ ਤੇ ਆ ਕੇ ਡਿਸਕਸ ਹੁੰਦੀਆਂ ਤੇ ਇਹ ਸਰਕਾਰ ਨੂੰ ਦਿਸਦਾ ਨਹੀਂ। ਜੋ ਉਦੋਂ ਹੱਲ ਨਹੀਂ ਇਹ ਕਰ ਸਕੇ, ਅਜੇ ਤੱਕ ਵੀ ਕਾਂਗਰਸ ਨਹੀਂ ਸਮਝ ਸਕੀ। ਅੱਜ ਜੋ ਉਹਨਾਂ ਨੇ ਕੀਤਾ, ਜੇ ਸਾਰੀਆਂ ਗੱਲਾਂ ਇਹ ਸਮਝੋ ਕਿ ਜੋ ਅੱਜ ਕਾਂਗਰਸ ਨੇ ਕੀਤਾ ਉਹ ਠੀਕ ਕੀਤਾ। ਪਰ ਜਿਸ ਦਿਨ ਹੁਣ ਫਗਵਾੜੇ ਦੀ ਦਾਣਾ ਮੰਡੀ ਦੇ ਵਿੱਚ ਰੈਲੀ ਕੀਤੀ ਸਿੱਧੂ ਸਾਹਿਬ ਨੇ, ਉਹਦੇ ਵਿੱਚ ਇੱਕ ਤਾਂ ਤੁਹਾਨੂੰ ਬੁਲਾਣਾ ਕੀ ਉਹਨਾਂ ਨੇ ਜਾਇਜ਼ ਹੀ ਨਹੀਂ ਸਮਝਿਆ, ਜਾਂ ਤੁਹਾਨੂੰ ਕੋਈ ਸੱਦਾ ਨਹੀਂ ਸੀ, ਤੁਸੀਂ ਖੁਦ ਨਹੀਂ ਗਏ। ਜੇ ਇੱਕ ਦਲਿਤ ਸੀਐਮ ਨੂੰ ਬਣਾ ਕੇ ਤੁਸੀਂ ਉਹਦੀ ਬੇਇੱਜ਼ਤੀ ਕਰਦੇ ਹੋ। ਅਜੀਤ ਵੈਬ ਟੀਵੀ ਦੇਖ ਰਹੇ ਮੈਂ ਸਾਰੇ ਦਰਸ਼ਕਾਂ ਦਾ ਹਰਜੋਤ ਸਿੰਘ ਚਾਨਾ ਸਵਾਗਤ ਕਰਦਾ ਹਾਂ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਚੋਣਾਂ ਦੇ ਐਲਾਨ ਤੋਂ ਬਾਅਦ ਹਰ ਇੱਕ ਪਾਰਟੀ ਨੇ ਆਪੋ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਈ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ ਅਤੇ ਕਈ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਜਿਉਂ-ਜਿਉਂ ਐਲਾਨ ਹੋ ਰਿਹਾ ਹੈ ਤਿਉਂ-ਤਿਉਂ ਉਮੀਦਵਾਰ ਆਪੋ ਆਪਣੀਆਂ ਪਾਰਟੀਆਂ ਦੇ ਪ੍ਰਤੀ ਜੋ ਵੀ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਕਈ ਤਾਂ ਕੰਮਾਂ ਪਾਰਟੀ ਦੇ ਨਾਲ ਚੱਲ ਰਹੇ ਹਨ ਅਤੇ ਕਈ ਪਾਰਟੀਆਂ ਨੂੰ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਕਿ ਅਦਲਾ ਬਦਲੀ ਦਾ ਦੌਰ ਲਗਾਤਾਰ ਜਾਰੀ ਹੈ। ਪੰਜਾਬ ਦੇ ਵਿੱਚ ਕਾਂਗਰਸ ਨੂੰ ਕੱਲ੍ਹ ਉਸ ਸਮੇਂ ਵੱਡਾ ਝਟਕਾ ਲੱਗਾ ਸੀ ਜਦੋਂ ਪੰਜਾਬ ਤੋਂ 3 ਵਾਰ ਵਿਧਾਇਕ ਰਹੇ, ਮੰਤਰੀ ਰਹੇ ਅਤੇ ਪੰਜਾਬ ਐਗਰੋ ਦੇ ਮੌਜੂਦਾ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਆਪਣੇ ਅਹੁਦੇ 'ਤੇ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫਾ ਦੇ ਕੇ ਦਾ ਐਲਾਨ ਕਰ ਦਿੱਤਾ ਸੀ, ਜਿਸ ਨਾਲ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਇੱਕਦਮ ਚਰਚਾ ਛਿੜ ਗਈ ਸੀ ਕਿ ਮਾਨ ਸਾਹਿਬ ਦੇ ਜਾਣ ਨਾਲ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਅਤੇ ਉਹ ਝਟਕਾ ਲੱਗਿਆ ਵੀ ਹੈ। ਅਤੇ ਕੱਲ੍ਹ ਸ਼ਾਮ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ, ਜਿਸ ਨਾਲ ਕਿ ਇੱਕਦਮ ਹਲਚਲ ਸ਼ੁਰੂ ਹੋ ਜਾਂਦੀ ਹੈ। ਉੱਧਰ ਅੱਜ ਕਾਂਗਰਸ ਪਾਰਟੀ ਵੱਲੋਂ ਵੀ ਆਪਣੀ 86 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੋ ਅੱਜ ਅਸੀਂ ਤੁਹਾਡੀ ਮੁਲਾਕਾਤ ਫਗਵਾੜਾ ਤੋਂ ਸਾਬਕਾ ਮੰਤਰੀ ਰਹੇ ਅਤੇ ਮੌਜੂਦਾ ਪੰਜਾਬ ਐਗਰੋ ਦੇ ਚੇਅਰਮੈਨ ਰਹੇ ਜੋਗਿੰਦਰ ਸਿੰਘ ਮਾਨ ਜੀ ਨਾਲ ਕਰਵਾਵਾਂਗੇ ਅਤੇ ਉਹਨਾਂ ਤੋਂ ਪੁੱਛਾਂਗੇ ਕੀ ਕਾਰਨ ਰਿਹਾ ਉਹਨਾਂ ਦਾ ਮੁੱਖ ਤੌਰ 'ਤੇ ਕਾਂਗਰਸੀ ਪਾਰਟੀ ਛੱਡਣ ਨੂੰ। ਸਵਾਗਤ ਹੈ ਮਾਨ ਸਾਹਿਬ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜੋਤ ਬੇਟਾ, ਬਹੁਤ ਬਹੁਤ ਧੰਨਵਾਦ। ਅਜੀਤ ਵੈਬਸਾਈਟ ਦਾ ਮੈਂ ਬਹੁਤ ਰਹਿਣੀ ਹਾਂ ਕਿ ਉਹਨਾਂ ਨੇ ਮੇਰੀ ਜਿਹੜੀ ਗੱਲਬਾਤ ਹੈ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ਵੈਸੇ ਅਜੀਤ ਦਾਰੇ ਦਾ ਮੈਂ ਬਹੁਤ ਪਹਿਲਾਂ ਹੀ ਧੰਨਵਾਦੀ ਹਾਂ। ਮੈਂ ਆਪ ਜੀ ਨਾਲ ਇੱਕ ਬਾਤ ਸਾਂਝੂ ਕਰੂੰਗਾ ਸਵਰਗਿਆ ਸਾਹਿਬ ਹਮਦਰਦ ਸਿੰਘ ਸਾਧੂ ਸਿੰਘ ਸਾਹਿਬ ਦੀ। ਤਾਂ ਮੈਂ ਸਮਝਦਾ ਕਿ ਇਹ ਗੱਲ ਜਿਹੜੀ ਕਿ ਇਹ ਗੱਲ ਤੁਸੀਂ ਕਰੋ ਜਿਹੜੀ ਆਉਣ ਜਾਣ ਵਾਲਾ ਇੱਕ ਲੀਡਰਾਂ ਦੇ ਵਿੱਚ ਚੱਲੀ ਹੋਈ ਗੱਲ, ਮੈਂ ਇਸ ਗੱਲ ਨੂੰ ਐਡਮਿਟ ਨਹੀਂ ਕਰਦਾ ਕਿਉਂਕਿ ਮੈਂ ਬੜਾ ਲੰਮਾ ਸਮਾਂ ਪਾਰਟੀ 'ਚ ਰਿਹਾ ਔਰ ਮੈਂ ਬੜੀਆਂ ਮੁਸ਼ਕਲਾਤ ਸਮੇਂ ਦੇਖੇ ਨੇ, ਉਹਨਾਂ ਨੂੰ ਸਾਰਿਆਂ ਨੂੰ ਮਿਲ ਲੰਘ ਕੇ ਆਇਆ। ਹੁਣ ਇਹਦੇ ਜਿਹੜੇ ਮੇਰੇ ਇਸ਼ੂ ਸਨ, ਜਿਹੜਾ ਇਸ਼ੂਆਂ ਉੱਤੇ 2 ਇਸ਼ੂ ਤਾਂ ਮੇਨ ਨੇ ਜਿਹਨਾਂ ਨੂੰ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ। ਫਸਟ ਆਫ ਆਲ ਸੀ ਮੇਰਾ ਸੀ ਜ਼ਿਲ੍ਹੇ ਦੀ ਵੰਡ, ਡਿਸਟ੍ਰਿਕਟ ਫਗਵਾੜੇ ਦੀ ਗੱਲ ਜਿਹੜੀ ਸੀ। ਡਿਸਟ੍ਰਿਕਟ ਫਗਵਾੜੇ ਦੀ ਗੱਲ ਤੁਸੀਂ ਡਾਕਟਰ ਰਾਜ ਜਾਣਦੇ ਹੋ, ਜਿਹੜੇ ਆਪਣੇ ਡਾਕਟਰ ਰਾਜ ਸੀਗੇ ਆਪਣੇ ਦੇਸ ਰਾਜ, ਡਾਕਟਰ ਦੇਸ ਰਾਜ ਉਹ ਵਿਸ਼ ਕਮੇਟੀ ਦੇ ਚੇਅਰਮੈਨ ਸੀ। ਤੁਸੀਂ ਉਹ ਤਾਂ ਛੋਟੇ ਹੋਣੇ, ਡੈਡੀ ਜਾਣਦੇ। ਉਦੋਂ ਅਸੀਂ ਕਮੇਟੀ ਬਣਾਈ। ਸਾਰਾ ਮਲਕੀਤ ਸਿੰਘ ਉਹਨਾਂ ਦੇ ਬ੍ਰਦਰ ਸਨ, ਜਿਹੜੇ ਵੱਡੇ ਬ੍ਰਦਰ ਉਹਨਾਂ ਦੇ, ਉਹ ਵੀ ਕਰਨ ਸਿੰਘ ਹੋਣੀ ਜਿਸ ਉਹ ਐਕਸਪਾਇਰ ਹੋ ਗਿਆ, ਜਰਨੈਲ ਸਿੰਘ ਬਾਦ ਵਗੈਰਾ, ਇਹ ਸਾਰੇ ਇਕੱਠੇ ਹੋ ਕੇ ਪੀਸ ਕਮੇਟੀ ਦਾ ਸਰਵਾ ਆਇਆ ਔਰ ਉੱਥੋਂ ਚੰਡੀਗੜ੍ਹ ਸੈਕਟਰੀ ਚੀਫ ਪ੍ਰਿੰਸੀਪਲ ਸੈਕਟਰੀ ਆਇਆ, ਸਾਰਾ ਕੁਛ ਕੀਤਾ। ਉਹਦੇ ਵਿੱਚ 92 ਦੇ ਵਿੱਚ ਸਰਕਾਰ ਬਣ ਗਈ, ਬੇਅੰਤ ਸਿੰਘ ਮੁੱਖ ਮੰਤਰੀ ਬਣ ਗਏ। ਅਨਸਡਨਲੀ ਉਹਨਾਂ ਦੀ ਡੈਥ ਹੋ ਗਈ। ਹਰਚੰਦ ਸਿੰਘ ਬਰਾੜ ਜਿਹੜੀ ਸੀ ਮੁੱਖ ਮੰਤਰੀ ਬਣੀ। ਸ਼ਾਰਟ ਗੱਲ, ਹਰਚੰਦ ਸਿੰਘ ਬਰਾੜ ਦੀ ਦੋਸਤੀ ਸੀਗੀ ਸਰ ਦਿਲਬਾਗ ਸਿੰਘ ਨਾਲ। ਸਰਦਾਰ ਦਿਲਬਾਗ ਸਿੰਘ ਨੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰਕੇ ਉਹਦੇ 'ਚ ਜਦੋਂ ਨਵਾਂ ਸ਼ਹਿਰ ਸਿਟ ਹੈਗਾ, ਸਿਟਿੰਗ ਹੋ ਜਿਹੜੀ ਸਟੇਟਸ ਹੈ ਉਹਦਾ, ਉਹ GT ਰੋਡ 'ਤੇ ਡਿਸਟ੍ਰਿਕਟ ਬਣਨ ਦੇ ਨਾਲ ਉਸ ਸ਼ਹਿਰ ਦਾ ਸਟੇਟਸ ਵੱਧ ਜਾਂਦਾ, ਜ਼ਮੀਨਾਂ ਦੀ ਪ੍ਰਾਈਸ ਵੱਧ ਜਾਂਦੀ ਹੈ, DC ਦਫ਼ਤਰ ਆ ਜਾਂਦੇ ਨੇ, SSP ਦਫ਼ਤਰ ਆ ਜਾਂਦੇ ਨੇ, ਕੰਪਲੇਂਟਸ ਜਿਹੜੀਆਂ ਸਾਰੀਆਂ ਉਹ ਮਤਲਬ ਬਹੁਤ ਸਾਰੀਆਂ ਉੱਥੇ ਨਿਬੜ ਜਾਂਦੀਆਂ। ਹੁਣ ਫਗਵਾੜੇ ਨੂੰ ਸਾਨੂੰ 42 ਕਿਲੋਮੀਟਰ ਉੱਥੇ ਜਾਣਾ ਪੈਂਦਾ, 42 ਦੂਣ 82 100 ਕਿਲੋਮੀਟਰ ਸਾਨੂੰ ਪੈਂਦਾ, ਰਸਤੇ ਜਲੰਧਰ ਪੈਂਦਾ, ਕਈ ਵਾਰ ਟ੍ਰੈਫਿਕ ਲੱਗੀ ਹੁੰਦੀ ਹੈ। ਸੋ ਇਹ ਬਹੁਤ ਸਾਰੀਆਂ ਪ੍ਰੋਬਲਮ। ਇਸ ਇਸ਼ੂ ਦੇ ਉੱਤੇ ਮੈਂ ਬਹੁਤ ਬੜਾ ਲੜਦਾ ਹਾਂ। ਮਿਸਟਰ ਚੰਨੀ ਨੂੰ ਵੀ ਕਿਹਾ, ਸਿੱਧੂ ਸਾਹਿਬ ਨੂੰ ਰਿਕੁਐਸਟ ਕੀਤੀ ਸਾਰੀਆਂ ਗੱਲਾਂ, ਲੇਕਿਨ ਉਹਨਾਂ ਨੇ ਮੰਨਿਆ ਨਹੀਂ। ਜਦੋਂ ਕਿ ਉਹਨਾਂ ਨੇ ਮਲੇਰਕੋਟਲਾ ਡਿਸਟ੍ਰਿਕਟ ਬਣਾ ਦਿੱਤਾ, ਕੈਪਟਨ ਸਾਹਿਬ ਨੇ ਸ਼ਬਦ ਸੀਲਾਂ ਬਣਾ ਦਿੱਤੀਆਂ। ਹੁਣ ਤਾਂ ਖੈਰ ਸਾਡਾ ਉਹਨਾਂ ਨੂੰ ਖਿਆਲ ਹੀ ਨਹੀਂ। ਇਹ ਇਸ਼ੂ 'ਤੇ ਮੈਂ ਅੱਜ ਵੀ ਸਟੈਂਡ ਕਰਦਾ। ਮੇਰੀ ਮੈਂ ਠੀਕ ਹੈ ਹੁਣ ਇੱਧਰ ਗਿਆ, ਪਰ ਇਹਦੇ 'ਚ ਇਹ ਨਹੀਂ ਕਿ ਮੈਂ ਕੋਈ ਮੌਕਾ ਦੇਖ ਕੇ ਜਾਂ ਇਸ ਮੌਕੇ ਨਾਲ ਗੱਲ
ਅਕੋਰਡਿੰਗ ਟੂ ਮੇਰੀ ਏਜ ਕਰਕੇ ਮੈਂ ਇਹ ਸਮਝਦਾ ਕਿ ਮੈਨੂੰ ਇੱਦਾਂ ਦੀ ਗੱਲ ਨਹੀਂ ਸੋਚਣੀ ਚਾਹੀਦੀ। ਮੈਂ ਜਿਸ ਕੌਮ ਵਿੱਚ ਮੈਂ ਪੈਦਾ ਹੋਇਆ, ਇੱਕ ਬੀਇੰਗ ਤਾਂ ਮੈਂ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਧਾਰਨੀ ਹਾਂ, ਉਹਨਾਂ ਦਾ ਸ਼ਿਸ਼ ਹਾਂ। ਦੂਸਰਾ, ਮੈਂ ਜਿਸ ਸਮਾਜ ਦੇ ਵਿੱਚ ਪੈਦਾ ਹੋਇਆ, ਮੈਂ ਆਪਣੇ ਸਮਾਜ ਲਈ ਸਮਰਪਣ ਹੈ, ਉਹਨਾਂ ਦਾ ਸਮਰਪਣ ਰਹਿਣਾ। ਦੂਸਰਾ ਇਸ਼ੂ ਇਹਦੇ ਨਾਲ ਹੈ ਕਿ ਨਾ ਅਸੀਂ ਡਿਸਟ੍ਰਿਕਟ ਦੀ ਗੱਲ ਨੂੰ ਪੂਰਾ ਕਰ ਸਕੇ, ਉਹ ਵਿਡਰਾ ਹੋ ਗਏ। ਸਾਹ ਚਰਨ ਸਿੰਘ ਬਰਾੜ ਨੇ ਨਵਾਂ ਸਿਲਸਿਲਾ ਬਣਾ ਦਿੱਤਾ। ਦੂਸਰਾ ਇਸ਼ੂ ਹੈਗਾ ਮੇਰਾ ਸਕਾਲਰਸ਼ਿਪ ਦਾ। ਸਕਾਲਰਸ਼ਿਪ ਦੇ ਇਸ਼ੂ ਦੇ ਉੱਤੇ ਜਿਹੜਾ ਵਿਧਾਨ ਸਭਾ 'ਚ ਡਿਸਕਸ ਹੋਇਆ, ਜਿਹੜੇ ਉਹਦੇ 'ਚ ਕਲਪਰੇਟ ਸਨ, ਕਿਰਪਾ ਸਿੰਘ ਕਸ਼ੋਜ IAS ਅਫਸਰ ਜੀ ਨੇ ਉਹਨਾਂ ਨੇ ਚਿੱਠੀ ਲਿਖੀ ਗੌਰਮੈਂਟ ਨੂੰ, ਜੋ ਸੀ ਸਾਰੇ ਫੈਕਟਸ ਜਿਹੜੇ ਉਹਨਾਂ ਦੇ ਸਾਹਮਣੇ ਆ ਗਏ। ਵਿਧਾਇਕ ਫੁਆੜਾ, ਐਕਸ ਵਿਧਾਇਕ ਜਿਹੜੇ ਹੁਣ ਫੁਆੜਾ ਹੈਗੇ ਨੇ, ਉਹ ਡਾਇਰੈਕਟਰ ਸੀ। ਉਹਦੇ ਸਾਧੂ ਸਿੰਘ ਜਿਹੜਾ ਸੀ ਉਹ ਮਿਨਿਸਟਰ ਸਨ ਚਾਰ। ਉਹਦੇ ਵਿੱਚ ਜੋ ਕੁਛ ਹੋਇਆ ਉੱਥੇ ਡਿਸਕਸ਼ਨ ਹੋਈ। ਫੁਆੜੇ 10-15 ਦਿਨ ਧਰਨੇ ਲੱਗੇ, ਪੈਰਲਲ ਇਹਨਾਂ ਨੇ ਵਿਧਾਇਕ ਸਾਹਿਬ ਨੇ ਧਰਨੇ ਲਵਾਤੇ। ਇਹ ਸਾਰੀ ਲੜਾਈ ਸਰ ਸੁਖਬੀਰ ਸਿੰਘ ਬਾਦਲ ਨੇ ਬੜੀ ਵੱਡੀ ਕਨਾਸਮਸ ਕੀਤੀ। ਈਵਨ BSP ਨੇ ਵੀ ਆਪਣਾ ਇੱਥੇ ਟਰਾਈ ਮਾਰੀ, ਆਮ ਆਦਮੀ ਪਾਰਟੀ ਨੇ ਬੜਾ ਕੁਛ ਕੀਤਾ। ਸਾਰਾ ਸਭ ਜੇ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਵਿਧਾਨ ਸਭਾ ਤੋਂ ਲੈ ਕੇ ਗਰਾਊਂਡ ਲੈਵਲ 'ਤੇ ਆ ਕੇ ਡਿਸਕਸ ਹੁੰਦੀਆਂ ਅਤੇ ਇਹ ਸਰਕਾਰ ਨੂੰ ਦਿਸਦਾ ਨਹੀਂ ਕਿ ਇਹ ਜਿਹੜੀ ਪਲੇ ਗੇਮ ਹੋਈ ਹੈ ਕਿਸ ਤਰੀਕੇ ਨਾਲ ਹੋਈ ਹੈ, ਕਿੱਦਾਂ ਹੋਈ ਹੈ, ਇਸ 'ਚ ਕੌਣ ਬੈਨੀਫਿਟ ਲੈ ਕੇ ਆਇਆ। ਮੈਂ ਸਮਝਦਾ ਉਹ ਪੈਸੇ ਦੇ ਨਾਲ ਸੰਨ 2019 ਦੇ ਵਿੱਚ ਬਾਈ ਇਲੈਕਸ਼ਨ ਦੀ ਟਿਕਟ ਲੱਗ ਲਈ। ਜੇ ਮੈਂ 17 ਦਾ ਇਲੈਕਸ਼ਨ 1909 ਵੋਟਾਂ 'ਤੇ ਹਾਰਿਆ ਹੋਇਆ ਸੀ, 1909 ਵੋਟਾਂ ਹਾਰਿਆ, ਅਤੇ ਮੈਨੂੰ ਬਾਈ ਇਲੈਕਸ਼ਨ ਵਿੱਚ ਕੌੜਾ ਲੱਗਦਾ ਸੀ। ਚਲੋ ਹੁਣ ਇੱਕ ਮੈਂ ਹੋਰ ਤੁਹਾਨੂੰ ਡਿਫਰੈਂਸ ਦੱਸਦਾ ਕਿ ਮੈਂ 2017 'ਚ ਮਿਸਟਰ ਚੰਨਾ ਲਈਆਂ ਵੋਟਾਂ 43,000, ਧਾਰੀਵਾਲ ਨੇ 19 ਦੇ ਵਿੱਚ ਜਿਹੜੀ ਬਾਈ ਇਲੈਕਸ਼ਨ 'ਚ ਵੋਟਾਂ ਲਈਆਂ 49,000 ਅਤੇ 6,000 ਦਾ ਵੋਟ ਹੈ। ਜੇ ਤੁਸੀਂ ਸਾਰੀ ਪਾਰਟੀ ਇਕੱਠੀ ਕਰਕੇ, ਸਾਰੀ ਹਾਈ ਕਮਾਂਡ ਇਕੱਠੀ ਕਰਕੇ, ਜੇ ਧਾਰੀਵਾਲ 26,000 ਵੋਟ ਜਿੱਤਦਾ ਅਤੇ 19,000 ਵੋਟ ਲੈਂਦਾ, ਜੋਗਿੰਦਰ ਸਿੰਘ ਸਾਰੀਆਂ ਪੋਲੀਟੀਕਲ ਪਾਰਟੀਆਂ ਲੜਾਈ ਲੜ ਕੇ 43,000 ਵੋਟ ਲੈਂਦਾ, ਫਿਰ ਚੁਆਇਸ ਹੋ ਜਾਂਦੀ ਵੀ ਬੈਟਰ ਕੌਣ ਹੈਗਾ। ਚਲੋ ਉਹਨਾਂ ਨੇ ਡਿਸੀਜ਼ਨ ਕੀਤਾ। ਇਹ ਜਿਹੜੀ ਬੱਚਾ ਮੇਰਾ ਸਾਰੇ ਉੱਜਣੇ ਸੀ, ਅਸੀਂ ਸੀਨੀਅਰ ਸਰਜੀਤ ਸਿੰਘ ਪਰਮਾਰ ਹੋਰ ਬਹੁਤ ਸਾਰੇ ਲੀਡਰ ਸੀ, ਆਪਣੇ ਪਾਰਟੀ ਨੂੰ ਸਥਾਪਨ ਕਰਕੇ ਕੱਢਦਾ। ਜਿਹੜੀ ਹੁਣ ਇਹਦੀ 2.5 ਸਾਲ ਦੀ ਕਾਰਜਕਾਰੀ ਹੈ ਫੁਆੜੇ ਦੇ ਵਿੱਚ, ਫਸਟ ਆਫ ਆਲ ਯੂ ਥਿੰਕ ਕਿ 7ਵਾਂ SDM ਕੁਰਸੀ 'ਤੇ ਬੈਠਾ। ਇੰਨੇ ਸਮੇਂ ਦੇ ਵਿੱਚ 2.5 ਸਾਲ 7ਵਾਂ SDM ਬੈਠਾ। ਕੀ SDM ਨਾਲ ਆਪਣੀ ਬਣਦੀ ਨਹੀਂ? ਕੀ ਤਹਿਸੀਲਦਾਰ ਨਾਲ ਆਪਣੀ ਬਣਦੀ ਨਹੀਂ? ਕੀ ਲੋੜ ਜੀ ਹੈ, ਜਾਂ ਤੁਹਾਨੂੰ ਕੀ ਲੋੜ ਹੈ, ਜਾਂ ਉਹਨਾਂ ਨੂੰ ਕਿਹੜੀ ਲੋੜ ਹੈ ਜੇ ਇੱਕ ਦੂਜੇ ਦੀ ਲੋੜ ਪੂਰਾ ਨਹੀਂ ਕਰਦੇ, ਜਾਂ ਤੁਸੀਂ ਉਹਨਾਂ ਨੂੰ ਇੰਨੀ ਐਕਸੈਸਿਬਲ ਦੱਸਦੇ ਹੋ ਕਿ ਜਿਹੜੀ ਉਹ ਪੂਰੀ ਨਹੀਂ ਕਰ ਸਕਦੇ। ਇਸ ਤਰ੍ਹਾਂ ਹੀ ਮੈਂ ਕਾਰਪੋਰੇਸ਼ਨ ਦੀ ਗੱਲ ਕਰਾਂ, ਕਾਰਪੋਰੇਸ਼ਨ ਦੇ ਹਰ ਚੀਜ਼ ਜਿਹੜੀ ਹੈ ਉੱਥੇ ਸੌਦੇ 'ਤੇ ਲੱਗੀ ਹੋਈ ਹੈ। ਮੈਨੂੰ ਨਹੀਂ ਪਤਾ ਟੈਂਡਰ ਮੈਨੂੰ ਤਾਂ ਇਹ ਪਤਾ ਨਹੀਂ ਟੈਂਡਰ ਕੀ ਹੁੰਦੇ ਆ, ਕੌਣ ਠੇਕੇਦਾਰ ਕੌਣ ਲੈਂਦਾ। ਅੱਜ ਇਹ ਸਾਰੀਆਂ ਗੱਲਾਂ ਹੌਲੀ ਹੌਲੀਆਂ ਹੁਣ ਇਹ ਪਰਤਾਂ ਖੁੱਲ੍ਹ ਜਾਣਗੀਆਂ। ਪਰ ਮਾਨ ਸਾਹਿਬ ਤੁਸੀਂ ਮੰਨਦੇ ਹੋ ਤਾਂ ਕਿ ਫਿਰ ਇਹਦਾ ਮਤਲਬ ਕਾਂਗਰਸ ਦੀ ਸਰਕਾਰ ਦੇ ਦੌਰਾਨ ਵੀ ਭ੍ਰਿਸ਼ਟਾਚਾਰ ਫੈਲਿਆ ਰਹਾ? ਇਹ 'ਚ ਕੋਈ ਸ਼ੱਕ ਹੀ ਨਹੀਂ, ਇਹ ਹੁਣ ਸਾਹਮਣੇ ਆ ਜਾਣਾ। ਮੈਂ ਸਵੇਰੇ ਜਦੋਂ ਚੰਡੀਗੜ੍ਹ ਮੇਰੀ ਇੰਟਰਵਿਊ ਹੋਈ, ਮੈਂ ਕਿਹਾ ਸੀ ਪਰਮਾਤਮਾ ਮੈਨੂੰ ਮੇਰੇ 'ਤੇ ਇੱਕ ਮਿਹਰਬਾਨੀ ਹੋਰ ਕਰ ਦੇ। ਕਿਸੇ ਨੂੰ ਫਸਾਉਣਾ, ਆਪਣੇ ਬੰਦਿਆਂ ਨੂੰ ਕਾਂਗਰਸ ਕਲਚਰ ਦੀ ਪਤਾ ਹੀ ਨਹੀਂ, ਪਰਵਾਹ ਹੀ ਨਹੀਂ ਕੀਤੀ। ਤੁਸੀਂ ਫੁਆੜੇ ਨੂੰ ਬਿਲੋਂਗ ਕਰਦੇ ਹੋ, ਦੱਸੋ ਵੀ ਕਾਂਗਰਸ ਕਲਚਰ ਕਿੰਨਾ ਹੈਗਾ ਉਹਦੇ ਕੋਲ, ਧਾਲੀਵਾਲ ਕੋਲ। ਜੇ ਇਹਨਾਂ ਗੱਲਾਂ ਨੂੰ ਆਪਾਂ ਨੂੰ ਪਾਰਟੀ ਦੇ ਕਲਚਰ ਦਾ ਨਹੀਂ ਪਤਾ ਅਤੇ ਆਪਾਂ ਪੈਸੇ ਦੇਖ ਕੇ ਕੁਛ ਹਮੇਸ਼ਾ ਕਰਦੇ ਹਾਂ ਵੀ ਆਪਾਂ ਹਾਈਜੈਕ ਕਰਕੇ ਸਾਰੀ ਟਿਕਟ ਲਾਈਏ। ਆਈ ਡੋਂਟ ਲਾਈਕ ਦਿਸ, ਮੈਂ ਨਹੀਂ ਲਾਈਕ ਕਰਦਾ। ਮੇਰੇ ਕਾਂ ਛੱਡਣ ਦਾ ਕਾਰਨ ਹੀ ਇਹ ਹੈ ਕਿ ਸਕਾਲਰਸ਼ਿਪ ਦੇ ਵਿੱਚ ਜੇ ਸੰਨ 15 ਤੋਂ ਲੈ ਕੇ 21 ਤੱਕ ਆ ਜਾਈਏ ਅਤੇ 15-16 ਲੱਖ ਜਿਹੜਾ ਸਟੂਡੈਂਟ ਹੈ, ਅਕੋਰਡਿੰਗ ਟੂ ਪਾਪੂਲੇਸ਼ਨ ਜਿਹੜੀ ਹੈ 37% ਜਿਹੜੀ SC ਪਾਪੂਲੇਸ਼ਨ ਹੈਗੀ ਹੈ। ਇਟਸ ਆਰ ਰੋਂਗ। ਮੈਂ ਆਪਣੇ ਹੀ ਉਸ ਟਾਣੇ ਉੱਤੇ ਦਰਖਤ ਉੱਤੇ ਬੈਠ ਕੇ ਉਸ ਟਾਣੇ ਨੂੰ ਕੱਟ ਰਿਹਾ ਜਿਸ ਟਾਣੇ ਉੱਤੇ ਮੈਂ ਬੈਠਾ। ਜੇ ਆਪਾਂ ਦਲਿਤਾਂ ਦੇ ਘਰ ਪੈਦਾ ਹੋ ਕੇ ਦਲਿਤਾਂ ਦੀ ਰੈਵੋਲੂਸ਼ਨ ਲੈ ਕੇ ਜੇ ਉਸ ਆਪਾਂ ਨੂੰ ਉਹਨਾਂ ਮੁੰਡਿਆਂ ਨੂੰ ਆਪਾਂ ਕਿਲ ਕਰ ਰਹੇ ਜਿਨ੍ਹਾਂ ਦੇ ਹੱਕਾਂ ਦੀਆਂ ਪੀਰਾਂ ਕਰਨੀਆਂ, ਮੈਂ ਸਮਝਦਾ ਕਿ ਉਹ ਵਿਧਾਇਕ ਨਹੀਂ ਹੋ ਸਕਦਾ ਪੜੇ। ਮੇਰਾ ਜੀ ਸੈਕਟਰੀ ਮਾਨ ਸਾਹਿਬ 2017 ਦੀਆਂ ਲੋਕ ਵਿਧਾਨ ਸਭਾ ਜਦੋਂ ਚੋਣਾਂ ਹੋਈਆਂ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਬਲਵਿੰਦਰ ਧਾਲੀਵਾਲ ਨੂੰ ਇੱਥੋਂ ਉਤਾਰਨ ਦਾ ਫੈਸਲਾ ਕੀਤਾ ਸੀ। ਉਸ ਸਮੇਂ ਤਾਂ ਪਾਰਟੀ ਹਾਈ ਕਮਾਂਡ ਨੇ ਤੁਹਾਨੂੰ ਅਪਰੋਚ ਕਰਕੇ ਸ਼ਾਮ ਸੁੰਦਰ ਅਰੋੜਾ ਨੇ ਵਿੱਚ ਪੈ ਕੇ ਸਾਰਿਆਂ ਨੇ ਕਰਾ ਕੇ ਤੁਹਾਨੂੰ ਮਨਾ ਲਿਆ ਸੀ। ਪਰ ਜਦੋਂ ਤੁਸੀਂ ਕੱਲ੍ਹ ਪਾਰਟੀ ਛੱਡਣ ਦਾ ਐਲਾਨ ਕੀਤਾ, ਉਸ ਤੋਂ ਬਾਅਦ ਕੀ ਤੁਹਾਨੂੰ ਕਿਸੇ ਨੇ ਅਪਰੋਚ ਕੀਤਾ ਹੁਣ ਤੱਕ? ਨਹੀਂ, ਮੈਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ। ਮੈਂ ਉਹਨਾਂ ਤੋਂ ਪਹਿਲਾਂ ਦੱਸਦਾ ਸੀ ਵੀ ਜੇ ਤੁਸੀਂ ਮੈਨੂੰ ਕਾਂਗਰਸ ਦੀ ਟਿਕਟ ਤੋਂ ਡਿਪਰਾਈਵ ਕੀਤਾ ਜਾਂ ਮੈਨੂੰ ਡਰੋਪ ਕੀਤਾ, ਆਈ ਵਿਲ ਲੀਵ ਦੀ ਪਾਰਟੀ। ਮੈਂ ਮਿਸਟਰ ਜਾਖੜ ਨਾਲ ਗੱਲ ਕੀਤੀ ਹੈ, ਮੈਂ ਸਿੱਧੂ ਨੂੰ ਮੈਸੇਜ ਕੀਤਾ ਕਿ ਤੁਸੀਂ ਇਨਜਸਟਿਸ ਨਾ ਕਰਿਓ। ਇਹਦੀ ਕਾਰਜਕਾਰੀ ਜਿਹੜੀ ਹੈ ਵਿਧਾਇਕ ਦੀ, ਸਾਬਕਾ ਵਿਧਾਇਕ ਦੀ, ਅੱਛੀ ਨਹੀਂ ਹੈ। ਉਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਏਗਾ। ਜੇ ਮੈਨੂੰ ਇਹ ਕੋਈ ਇਮੀਡੀਏਟ ਫੈਸਲਾ ਕੀਤਾ, ਉਹ 2 ਸਾਲ ਤੋਂ ਮੇਰੇ ਪਿੱਛੇ ਲੱਗੇ ਹੋਏ ਆ।
ਔਰ ਮੈਂ ਕੋਈ ਨਾ ਕੋਈ ਇਹਦੀ ਹਵਾ ਕੱਢਣੀ ਚਾਹੁੰਦਾ ਸੀ ਕਿ ਕਮ ਸੇ ਜੇ ਨਹੀਂ ਇਹਨਾਂ ਨੇ ਵਿਧਾਨ ਸਭਾ ਜਿਹੜੀ ਗੱਲ ਉੱਠੀ ਹੈ, ਐਜੀਟੇਸ਼ਨਾਂ ਹੋਈਆਂ, ਪੋਲੀਟੀਕਲ ਪਾਰਟੀਆਂ ਨੇ ਕਾਨਫਰੰਸ ਇੱਥੇ ਕੀਤੀਆਂ, ਜੇ ਉਦੋਂ ਹੱਲ ਨਹੀਂ ਇਹ ਕਰ ਸਕੇ, ਅਜੇ ਤੱਕ ਵੀ ਕਾਂਗਰਸ ਨਹੀਂ ਸਮਝ ਸਕੀ। ਅੱਜ ਜੋ ਉਹਨਾਂ ਨੇ ਕੀਤਾ, ਜੇ ਸਾਰੀਆਂ ਗੱਲਾਂ ਇਹ ਸਮਝੋ ਤਾਂ ਜੋ ਅੱਜ ਕਾਂਗਰਸ ਨੇ ਕੀਤਾ ਉਹ ਠੀਕ ਕੀਤਾ। ਜੇ ਅੱਜ ਮੈਂ ਟਿਕਟ ਅਨਾਉਂਸ 'ਤੇ ਮੈਂ ਜਾਂਦਾ ਤਾਂ ਮੈਂ ਸਮਝਦਾ ਸੀ ਕਿ ਮੇਰੀ ਉਹ ਸਮਝਦੇ ਸੀ ਇਸ ਕੋਈ ਟਿਕਟ ਨਹੀਂ ਮਿਲੀ। ਇਹ ਗੱਲ ਨਹੀਂ, ਮੈਂ ਆਪਣਾ ਫੈਸਲਾ ਪਹਿਲਾਂ ਕੀਤਾ ਸੀ ਔਰ ਮੈਂ ਸਹੀ ਫੈਸਲਾ ਸਹੀ ਟਾਈਮ 'ਤੇ ਕੀਤਾ। ਔਰ ਮੈਂ ਇਹੋ ਗੱਲ ਕਹਿਣਾ ਕਿ ਮੈਂ ਇਹ ਗੱਲ ਪ੍ਰੂਵ ਕਰਕੇ ਦੱਸੂਗਾ ਕਿ ਇਹ ਸਰਦਾਰ ਨੇ ਫਾੜੇ ਕੀ ਕੀਤਾ ਹੈ, ਸਾਰਾ ਗੱਲ ਪ੍ਰੂਵ ਕਰ। ਮਾਨ ਸਾਹਿਬ, ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਐਲਾਨਿਆ ਗਿਆ ਸੀ, ਉਸ ਤੋਂ ਬਾਅਦ ਤੁਸੀਂ ਵੀ ਉਹਨਾਂ ਦਾ ਬੜਾ ਭਰਮਾ ਸਵਾਗਤ ਕੀਤਾ ਸੀ। ਉਹਨਾਂ ਦਾ ਸਵਾਗਤ ਵੀ ਕੀਤਾ, ਤੁਹਾਨੂੰ ਵੀ ਤਾਂ ਇੱਕ ਜਿਹੜਾ ਵੀ ਧਾਲੀਵਾਲ ਸਾਹਿਬ ਦਾ ਵਿਰੋਧੀ ਧੜਾ ਸੀ ਉਹਦੇ ਵਿੱਚ ਇੱਕ ਖੁਸ਼ੀ ਸੀ ਤਾਂ ਕਿ ਹੁਣ ਕਾਂਗਰਸ ਦਾ ਪ੍ਰਧਾਨ ਬਦਲ ਗਿਆ ਤਾਂ ਕਿ ਸਾਰਾ ਰਣਨੀਤੀ ਚੇਂਜ ਹੋਊਗੀ। ਪਰ ਉਸ ਤੋਂ ਬਾਅਦ ਕੁਝ ਸਮਾਂ ਤੱਕ ਸਾਰਾ ਕੁਝ ਠੀਕ ਚੱਲਦਾ ਰਿਹਾ, ਪਰ ਜਿਸ ਦਿਨ ਹੁਣ ਫਗਵਾੜੇ ਦੀ ਦਾਣਾ ਮੰਡੀ ਦੇ ਵਿੱਚ ਰੈਲੀ ਕੀਤੀ ਸਿੱਧੂ ਸਾਹਿਬ ਨੇ, ਉਹਦੇ ਵਿੱਚ ਇੱਕ ਤਾਂ ਤੁਹਾਨੂੰ ਬੁਲਾਣਾ ਕੀ ਉਹਨਾਂ ਨੇ ਜਾਇਜ਼ ਹੀ ਨਹੀਂ ਸਮਝਿਆ ਜਾਂ ਤੁਹਾਨੂੰ ਕੋਈ ਸੱਦਾ ਨਹੀਂ ਸੀ, ਤੁਸੀਂ ਖੁਦ ਨਹੀਂ ਗਏ? ਮੈਨੂੰ ਕੋਈ ਸੱਦਾ ਪਤਾ ਨਹੀਂ। ਮੈਂ ਸੰਨ 80 'ਚ ਇਲੈਕਸ਼ਨ ਹਾਰ ਗਿਆ 2121 ਵੋਟਾਂ 'ਤੇ। ਮੈਨੂੰ ਸਾਧੂ ਸਿੰਘ ਹਮਦਰਦ ਦਾ ਪਤਾ ਨਹੀਂ ਸੀ ਕਿ ਉਹਨਾਂ ਜਦੋਂ ਮੈਨੂੰ ਗੱਲ ਕੀਤੀ, ਮੈਨੂੰ ਉਸ ਤੋਂ ਬਾਅਦ ਪਤਾ ਨਹੀਂ। ਉਹ ਕਹਿੰਦੇ ਜੋਗਿੰਦਰ, ਜੇ ਤੈਨੂੰ ਦਿਲਬਾਗ ਨੇ ਹਰਾਤਾ ਸੀ ਬੀਇੰਗ ਏ ਸੈਣੀ, ਤੇ ਮੰਮੀ ਸੈਣੀ ਸੀ। ਉਹ ਗੱਲ ਮੈਂ ਪੱਲੇ ਬੰਨੀ, ਮੈਂ ਭਾਈ ਨੂੰ ਵੀ ਕਈ ਵਾਰੀ ਗੱਲ ਦੱਸੀ ਹੈ ਵੀ ਤੂੰ ਮੈਨੂੰ ਵਰਤ ਸਕਦਾ ਸੀ, ਮੈਂ ਤੈਨੂੰ ਵੋਟਾਂ ਪਾ ਸਕਦਾ ਸੀ। ਉਸ ਸਿਚੁਏਸ਼ਨ ਨੂੰ ਦੇਖਦੇ ਹੋਏ ਸਹੀ ਗੱਲ, ਜੇ ਮੈਂ ਸਿੱਧੂ ਦੀ ਰਿਸੈਪਸ਼ਨ ਕੀਤੀ ਸੀ, ਮੈਨੂੰ ਸ਼ਾਬਾਸ਼ ਦੀ ਸਭ ਕੁਝ ਕੀਤੀ, ਸਾਰਾ ਗੱਲ ਮੈਨੂੰ ਜਲੰਧਰ ਲੈ ਕੇ ਗਏ, ਅਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਇਹ ਧਾਲੀਵਾਲ ਨੇ ਕੀ ਗੱਲ ਮੈਨੇਜ ਕੀਤੀ ਜਾਂ ਸਿੱਧੂ ਨੂੰ ਕੀ ਕਿਹਾ। ਮੇਰੀ ਫੈਮਿਲੀ ਨੇ ਡਿਊਰਿੰਗ ਟੈਰਰਿਜ਼ਮ ਜੋ ਟੌਰਚਰ ਹੋਈ ਹੈ, 8 ਰਿਸ਼ਤੇਦਾਰ ਬਣੇ। ਮੇਰਾ ਬ੍ਰਦਰ ਜਿਹੜਾ ਮਰ ਗਿਆ ਉਹਨੂੰ ਕਿਡਨੈਪ ਕੀਤਾ, ਮੇਰੀ ਮਾਸੀ ਦੀ ਲੜਕੀ ਦੇ ਮੁੰਡੇ ਨੂੰ ਕਿਡਨੈਪ ਕੀਤਾ, ਸਾਰਜੀ ਦੀ ਸਾਲੇਹਾਰ ਨੂੰ ਕਿਡਨੈਪ ਕੀਤਾ। ਸਾਰੀਆਂ ਗੱਲਾਂ ਚੌਧਰੀ ਜਗਤ ਨੇ ਮੇਰੀ ਗੋਦੀ 'ਚ ਮਰਿਆ ਸੀ ਜਦੋਂ ਉਹਨੂੰ ਸ਼ਾਟ ਕੀਤਾ। ਇਹਨਾਂ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਜੇ ਹੁਣ ਚੰਨੀ, ਚਲੋ ਮੈਂ ਚੰਨੀ ਦੀ ਫੇਵਰ 'ਚ ਨਹੀਂ ਹੈ, ਪਰ ਜੇ ਚੰਨੀ CM ਬਣ ਗਿਆ ਤਾਂ ਸਿੱਧੂ ਸਾਹਿਬ ਦੀ ਜਿਹੜੀ ਉਹ ਕੁਰਸੀ 'ਤੇ ਬਹਿ ਨਹੀਂ ਹੁੰਦਾ ਬਗੈਰ CM ਤੋਂ। ਜੇ ਇੱਕ ਦਲਿਤ CM ਨੂੰ ਬਣਾ ਕੇ ਤੁਸੀਂ ਉਹਦੀ BC ਕਰਦੇ ਹੋ, ਮੈਂ ਧੰਨੀ ਹਾਂ ਜਿਹੜਾ ਉਹਨੂੰ ਟੋਲਰੇਟ ਕਰੀ ਜਾਂਦਾ, ਮੈਂ ਤਾਂ ਟੋਲਰੇਟ ਨਹੀਂ ਕਰਦਾ। ਸੋ ਇਸ ਕਰਕੇ ਹਰ ਗੱਲ ਦਾ ਕੋਈ ਨਾ ਕੋਈ ਬਦਲਾਅ ਹੁੰਦਾ ਹੈ। ਜੇ ਨਾ ਸਿੱਧੂ ਨੇ ਆਪਣੇ ਦਿਮਾਗ ਤੋਂ ਸੋਚਣਾ, ਨਾ ਸਿੱਧੂ ਦੀ ਜ਼ੁਬਾਨ 'ਤੇ ਕੰਟਰੋਲ ਹੈ, ਨਾ ਸਿੱਧੂ ਦੀ ਬੋਡੀ ਲੈਂਗੁਏਜ 'ਤੇ ਕੰਟਰੋਲ ਹੈ ਵੀ ਉਹਨੇ ਕਿਹੜੀ ਗੱਲ ਕਰਨੀ, ਵਾਹ ਬੋਲੀ ਜਾਂਦਾ, ਉਹਨੂੰ ਪਤਾ ਕਿਹੜੀ ਗੱਲ ਚੰਗੀ ਲੱਗੀ ਲੋਕਾਂ ਨੂੰ, ਕਿਹੜੀ ਗੱਲ ਮਾੜੀ ਲੱਗੀ। ਸਿੱਧੂ ਸਾਹਿਬ ਨੂੰ ਮੈਂ ਕਹੂੰ ਉਹ ਪੀਸ਼ਨ ਨੂੰ ਹੈ ਨਹੀਂ। ਸਿੱਧੂ ਸਾਹਿਬ, ਤੁਸੀਂ ਇਹ ਗੱਲਾਂ ਛੱਡ ਦਿਓ। ਜੋ ਤੁਸੀਂ ਕਾਂਡ ਦੀ ਹਾਲਤ ਕੀਤੀ ਹੈ, ਇਹਦਾ ਰਿਜ਼ਲਟ ਤੁਹਾਨੂੰ ਹੁਣ 22 'ਚ ਭੁਗਤਣਾ ਪਊਗਾ। ਉਸ ਦੇ ਨਾਲ ਹੀ ਮਾਨ ਸਾਹਿਬ, ਹੁਣ ਤੁਸੀਂ ਕੀ ਸਮਝਦੇ ਹੋ, ਰਾਣਾ ਗੁਰਜੀਤ ਸਿੰਘ ਉਹਨਾਂ ਨਾਲ ਤੁਹਾਡਾ ਕਾਫੀ ਨੇੜਾ ਸੀ ਪਿਛਲੇ ਕੁਝ ਸਮੇਂ ਤੋਂ। ਰਾਣਾ ਗੁਰਜੀਤ ਸਿੰਘ ਉਹਨਾਂ ਦੇ ਨਾਲ ਨੇੜਾ ਹੋਣ ਕਰਕੇ ਹੀ ਤਾਂ ਨਹੀਂ ਸਿੱਧੂ ਕਿਤੇ ਤੁਹਾਡੇ ਨਾਲ ਬਿਲਕੁਲ ਹੀ ਪਾਸਾ ਵੱਟ ਕੇ ਤਾਂ ਕਿ ਜੋਗਿੰਦਰ ਸਿੰਘ ਮਾਨ ਦਾ ਰਾਣੇ ਗੁਰਜੀਤ ਨਾਲ ਸਮਝੌਤਾ, ਕਿਉਂਕਿ ਪਾਰਟੀ ਪਤੀ ਜਾਂ ਮੈਨੂੰ ਪਾਰਟੀ ਨੇ ਦਿੱਤਾ, ਸਿੱਧੂ ਨੂੰ ਉਸ ਗੱਲ ਦਾ ਪਤਾ ਹੈ। ਰਾਣਾ ਗੁਰਜੀਤ ਸਿੰਘ ਚੀਮਾ ਮੇਰਾ ਮਿੱਤਰ ਸੀ, ਮਿਸਟਰ ਖਹਿਰਾ ਵੀ ਮੇਰਾ ਮਿੱਤਰ ਸੀ, ਬਹੁਤ ਅੱਛੇ ਮਿੱਤਰ ਰਹੇ ਆ। ਅਤੇ ਜੋ ਕੁਛ ਰਾਣਾ ਗੁਰਜੀਤ ਦੇ ਅੰਗੇਜਡ ਉਹਨਾਂ ਨੇ ਮਿਨਿਸਟਰ ਨਾ ਬਣੇ, ਜਿਹੜੇ 4 ਬੰਦਿਆਂ ਨੇ ਦਸਤਖਤ ਕੀਤੇ ਹੈ, ਇਹ ਸਾਰੇ ਵਿੱਚ ਇਨਵੋਲਵ ਹੈਗੇ। ਇਹ ਗੱਲ ਪਹਿਲੀ ਵਾਰੀ ਹੈਪਨ ਹੋਈ ਆ ਜਦੋਂ ਆਪਾਂ ਕਿਸੇ ਦੀ ਮੁਖਾਲਤ ਕਰੀਏ। ਮਿਸਟਰ ਚਾਨਾ, ਇੱਦਾਂ ਨਹੀਂ ਹੁੰਦੀ ਕਿ ਆਪਾਂ ਲਿਖ ਕੇ ਮੁਖਾਲਤ ਕਰੀਏ। ਦਿਸ ਹੈਪਨ ਪਹਿਲੀ ਮੇਰੀ ਲਾਈਫ 'ਚ 72 ਸਾਲ ਦੀ ਉਮਰ 'ਚ ਪਹਿਲੀ ਵਾਰੀ ਹੋਇਆ। ਇੱਦਾਂ ਕਦੇ ਨਹੀਂ ਹੋਇਆ ਕਿ ਆਪਾਂ ਕਿਸੇ ਦੇ ਅਗੇਂਸਟ ਕਰੀਏ। ਜੇ ਹੁਣ ਰਾਣਾ ਬਣ ਗਿਆ ਤਾਂ ਫਿਰ ਇਹਨਾਂ ਦੀ ਹੁਣ ਕੀ ਪੋਜੀਸ਼ਨ ਆ? ਰਾਣੇ ਦੀ ਦੋਸਤੀ ਦੀ ਗੱਲ ਨਾ ਕਰੀਏ, ਇਹਨਾਂ ਦੀ ਕੀ ਪੋਜੀਸ਼ਨ ਹੈ? ਚੀਮੇ ਦੀ ਕੀ ਪੋਜੀਸ਼ਨ ਹੈ? ਕਿ ਚੀਮਾ ਹੁਣ ਆਪਣੀ ਕੌਨਸਟੀਟਿਊਸ਼ਨ ਸਟੇਬਲ ਰਹੂਗਾ ਜਾਂ ਅੱਜ ਚੀਮਾ ਹਮੇਸ਼ਾ ਗੱਲ ਤੋਂ ਆਸ ਰੱਖਦਾ ਮੇਰੀਆਂ ਵੋਟਾਂ ਉੱਥੇ ਨਹੀਂ ਹੈਗੀਆਂ? ਮੈਨੂੰ ਪਤਾ ਕਿੰਨੀਆਂ ਵੋਟਾਂ ਹੈਗੀਆਂ, ਮੈਨੂੰ ਸਾਰੀ ਗੱਲ ਦਾ ਇਸ਼ਾਰਾ, ਮੈਨੂੰ ਪਤਾ ਸਾਰੀ ਗੱਲ ਦਾ, ਮੈਨੂੰ ਫੋਨ ਆ ਗਿਆ, ਉਹ ਮੈਂ ਹੁਣ ਉਹ ਕਰੂੰਗਾ ਜੋ ਮੇਰਾ ਮਨ ਕਰ। ਦੱਸ ਦੇਂਗੇ ਸਾਰਾ। ਸੋ ਮਾਨ ਸਾਹਿਬ ਨੇ ਦੱਸਿਆ। ਹੁਣ ਮਾਨ ਸਾਹਿਬ, ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹੋ। ਸ਼ਾਮਲ ਹੋਣ ਤੋਂ ਬਾਅਦ ਕੀ ਏਜੰਡੇ ਆਪਾਂ ਮੁੱਖ ਤੌਰ 'ਤੇ ਲੈ ਕੇ? ਜੋ ਏਜੰਡਾ ਮੇਰੇ ਬੌਸ ਦਾ ਹੋਏਗਾ, ਉਸ ਏਜੰਡੇ ਦੇ ਅਕੋਰਡਿੰਗ ਟੂ ਦੈਟ ਮੈਂ ਉੱਤੇ ਕੰਮ ਕਰੂੰਗਾ। ਫਗਵਾੜਾ ਦੇ ਵਿੱਚ ਕਿਹਨਾਂ ਮੁੱਦਿਆਂ ਨੂੰ ਲੈ ਕੇ ਮੁੱਖ ਤੌਰ 'ਤੇ ਆਪਾਂ ਮੂਹਰੇ ਰੱਖੇ ਆ? ਇਹ ਮੁੱਦੇ ਤਾਂ ਹੈਗੇ ਹੀ ਹੈ ਮੇਰੇ, ਇਹ ਤਾਂ ਮੈਂ ਲੜੂੰਗਾ। ਮੇਰਾ ਇਲੈਕਸ਼ਨ 'ਚ ਮੇਨ ਮੁੱਦਾ ਡਿਸਟ੍ਰਿਕਟ ਦਾ ਮੇਰਾ ਮੇਨ ਮੁੱਦਾ ਹੈ। ਬਾਕੀ ਰਹੀ ਫੋਰਡ ਦੀ ਡਿਵੈਲਪਮੈਂਟ ਦੀ, ਕਦੀ ਡਿਵੈਲਪਮੈਂਟ ਜਿਹੜੀ ਕਦੀ ਕੰਪਲੀਟ ਨਹੀਂ ਹੋਈ। ਜਿਉਂ ਪਾਪੂਲੇਸ਼ਨ ਵੱਧਦੀ ਜਾਂਦੀ ਹੈ, ਇੱਧਰ ਨਵੀਂ ਕਲੋਨੀ ਹੈਗੀ ਹੈ, ਇੱਧਰ ਨਵੀਂ ਰੋਡ ਬਣਨੀ ਹੈ, ਉਹ ਮੇਰੀ ਪ੍ਰਾਇਰਟੀ ਸ਼ੁਰੂ ਤੋਂ ਰਹੀ ਹੈ। ਮੈਨੂੰ ਉਸ ਵੇਲੇ ਵੀ ਯਾਦ ਡੱਡਰ ਮਲੇ ਨਾਲਾ ਹੁੰਦਾ ਸੀ, ਮੈਨੂੰ ਇਹ ਵੀ ਨਾਲੇ ਦਾ ਵੀ ਯਾਦ ਹੈ ਜਦੋਂ ਉਹ ਹੁੰਦਾ ਸੀ
ਮੈਨੂੰ ਆ ਜਿਹੜਾ ਪੁਲ ਬਣਿਆ ਜਿਸ ਸਾਹਮਣੇ ਉਹਦੀ ਵੀ ਮੈਨੂੰ ਸਾੜੀਆਂ ਰੋਡਾਂ ਦੇ ਕੱਲੀ ਹਰ ਚੀਜ਼ ਦਾ ਮੈਨੂੰ ਪਤਾ। ਮੈਨੂੰ ਜਿਹੜੀ ਬਾਦਨ ਰੋਡ ਜਾਂਦੀ ਉਹਦਾ ਵੀ ਪਤਾ ਸੀ, ਰਾਣੀਪੁਰ ਰੋਡ ਜਾਂਦੀ ਮੈਨੂੰ ਉਹਦਾ ਵੀ ਪਤਾ, ਮੈਨੂੰ ਸਾਰਿਆਂ ਦਾ ਪਤਾ। ਜਿੰਨੇ ਡਿਵੈਲਪਮੈਂਟ ਦੇ ਕੰਮ ਹੈ ਉਹ ਜਿਹੜੇ ਮੈਂ ਪ੍ਰਾਇਰਟੀ 'ਤੇ ਕਰਾਂਗਾ, ਬਿਲਕੁਲ ਪ੍ਰਾਇਰਟੀ। ਯੂ ਵਿਲ ਫੀਲ ਕਿ ਜੋਗਿੰਦਰ ਸਿੰਘ MLA ਰਿਹਾ ਔਰ ਜੋਗਿੰਦਰ ਸਿੰਘ MLA ਬਣ ਕੇ ਕੀ ਕਰ ਸਕਦਾ, ਕੀ ਕਰਨਾ ਚਾਹੁੰਦਾ। ਸੋ ਮਾਨ ਸਾਹਿਬ, ਹੁਣ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਹੁਣ ਤੁਸੀਂ ਵਿਧਾਇਕ ਧਾਲੀਵਾਲ ਨੂੰ ਇੱਕ ਚੁਣੌਤੀ ਮੰਨਦੇ ਹੋ? ਚੁਣੌਤੀ ਨਹੀਂ ਮੈਂ ਮੰਨਦਾ ਕਿਸੇ ਨੂੰ, ਚੁਣੌਤੀ ਤਾਂ ਰੱਬ ਨੂੰ ਮੈਂ ਮੰਨਦਾ। ਚੁਣੌਤੀ ਹੋਰ ਮੈਨੂੰ ਮੇਰੇ ਲਈ ਕੋਈ ਚੁਣੌਤੀ ਨਹੀਂ ਹੈ। ਹਾਂ, ਮੈਨੂੰ ਲੜਾਈ ਲੜਨ ਵਾਸਤੇ ਇੱਕ ਮੋਹਰੇ ਮੁੱਦਾ ਮੇਰੇ ਹੈਗਾ, ਮੈਨੂੰ ਦਿਸਦਾ ਜਿਸ ਚੀਜ਼ ਨੂੰ ਮੈਂ ਟਾਰਗੇਟ ਕਰਨਾ ਚਾਹੁੰਦਾ ਸੀ ਉਹ ਟਾਰਗੇਟ ਮੇਰੇ। ਚੁਣੌਤੀ ਮੈਨੂੰ ਅੱਜ ਤੱਕ ਕਿਸੇ ਦੀ ਕੋਈ ਨਹੀਂ, ਨਾ ਮੈਂ ਕਿਸੇ ਦੀ ਚੁਣੌਤੀ ਮੰਨਦਾ ਬਗੈਰ ਰੱਬ ਤੋਂ। ਇੱਕ ਮਾਨ ਸਾਹਿਬ, ਤੁਸੀਂ ਕਾਂਗਰਸ ਦੇ ਉੱਤੇ ਦੋਸ਼ ਲਗਾਇਆ ਕਿ ਅਮੀਰਜ਼ਾਦਿਆਂ ਦੀ ਤੇ ਰਈਸਾਂ ਦੀ ਪਾਰਟੀ ਹੈ, ਤਾਂ ਕਿ ਇਹਦੇ ਵਿੱਚ ਕਿਸੇ ਦੀ ਕੋਈ ਸੁਣਵਾਈ ਨਹੀਂ ਹੈਗੀ। ਉਹਦੇ ਬਾਰੇ ਕੀ ਤੁਹਾਡਾ ਸਪਸ਼ਟੀਕਰਨ? ਉਹ ਕਾਂਗਰਸ ਨੂੰ ਐਤਕੀ 22 ਦੇ ਇਲੈਕਸ਼ਨ 'ਚ ਪਤਾ ਲੱਗ ਜਾਏਗਾ ਕੀ ਸਟੈਂਡ ਕਰਦੇ। ਮੈਂ ਆਪਣੇ ਮੂੰਹੋਂ ਗੱਲ ਕਹਿਣਾ ਨਹੀਂ ਚਾਹੁੰਦਾ, ਜੋ ਕਾਂਗਰਸੀ ਹਾਲਾਤ ਬਣੇਗੀ ਨਾ ਉਹ ਸਮਾਂ ਦੱਸ ਦੇਗਾ। ਲੇਕਿਨ ਮੈਨੂੰ ਕੁਛ ਸਮਝ ਲੱਗਦਾ ਜਾਂ ਕਾਂਗਰਸ ਉਸ ਪਾਰ ਜਾਂ ਕਾਂਗਰਸ ਉਸ ਪਾਰ। ਮਾਨ ਸਾਹਿਬ, ਇਹ ਵੀ ਜਾਪਦਾ ਸੀ ਜਿਸ ਦਿਨ ਸਿੱਧੂ ਦੀ ਰੈਲੀ ਸੀ ਫਗਵਾੜੇ, ਤੁਸੀਂ ਉਸ ਦਿਨ ਹੀ ਮਨ ਬਣਾ ਲਿਆ ਸੀ ਤਾਂ ਕਿ ਕਾਂਗਰਸ ਪਾਰਟੀ ਨੂੰ ਛੱਡਣ ਦਾ? ਨਹੀਂ, ਮੇਰਾ ਮਨ ਪਹਿਲੇ ਬਣਿਆ ਹੋਇਆ। ਮੈਂ ਤੇ ਇਹਨਾਂ ਨੂੰ ਦੇਖ ਰਿਹਾ ਸੀ ਵੀ ਕੀ ਕਰਦੇ ਆ। ਮੈਂ ਕੋਈ ਬੱਚਾ ਥੋੜ੍ਹਾ ਹਾਂ। ਮੈਂ ਸਿੱਧੂ ਨੂੰ ਇਹ ਨਹੀਂ ਸਮਝਦਾ ਵੀ ਸਿੱਧੂ ਬਹੁਤ ਸਿਆਣਾ ਬੰਦਾ, ਜਾਂ ਮੈਂ ਇਹ ਸਮਝਦਾ ਵੀ CM ਬਹੁਤ ਸਿਆਣਾ ਬੰਦਾ। ਮੇਰੀ ਆਪਣੀ ਜੱਜਮੈਂਟ ਵੀ ਹੈਗੀ ਹੈ, ਜਾਂ ਬੰਦੇ ਦੀ ਸ਼ਕਲ ਤੋਂ ਤੇ ਦੱਸਣਾ ਵੀ ਮੇਰੇ ਨਾਲ ਕੀ ਵਿਹਾਰ ਕਰਨਾ ਚਾਹੁੰਦਾ, ਮੈਨੂੰ ਉਹ ਕਿਸ ਤਰ੍ਹਾਂ ਟਰੀਟ ਕਰ ਰਿਹਾ। ਬੰਦੇ ਦੀ ਸ਼ਕਲ ਤੋਂ ਦੇਖ ਕੇ ਉਹਦੀ ਫੀਲਿੰਗ ਤੋਂ ਮੈਨੂੰ ਪਤਾ ਲੱਗਦਾ ਵੀ ਇਹ ਬੰਦਾ ਮੇਰੇ ਨਾਲ ਕਿਸ ਤਰ੍ਹਾਂ ਟਰੀਟ ਕਰ ਰਿਹਾ। ਤੁਸੀਂ ਮਾਨ ਸਾਹਿਬ ਚੰਨੀ ਸਾਹਿਬ ਨਾਲ, ਸਿੱਧੂ ਸਾਹਿਬ ਨਾਲ, ਜਾਂ ਤੁਸੀਂ ਪਾਰਟੀ ਹਾਈਕਮਾਂਡ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਵੀ ਇੱਕ ਚਿੱਠੀ ਲਿਖ ਕੇ ਇਹਦੇ ਵਿੱਚ? ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਉਹ ਇੱਦਾਂ ਦੀ ਪਰਵਾਹ ਨਹੀਂ ਕਰਦੇ। ਜਿਹੜਾ ਬੰਦਾ ਪਾਵਰ 'ਚ ਹੁੰਦਾ ਨਾ ਉਹ ਵੈਸੇ ਹੀ ਮਾਇਆ ਧਾਰੀ ਇੰਨਾ ਬੋਲਾ, ਉਹਨਾਂ ਨੂੰ ਨਹੀਂ ਕਿਸੇ ਗੱਲ ਦਾ ਨਹੀਂ। ਉਹਨੇ ਵੀ ਹੁੰਦੇ ਤੇ ਬੋਲੇ ਹੋ ਜਾਂਦੇ। ਪਰ ਮਾਨ ਸਾਹਿਬ, ਇੱਕ ਬਹੁਤ ਵੱਡਾ ਸਫ਼ਰ ਹੁੰਦਾ। 50 ਸਾਲ ਤੁਸੀਂ ਕਾਂਗਰਸ ਪਾਰਟੀ ਦੇ ਲਈ ਸੇਵਾ ਕੀਤੀ ਆ, ਪਰ ਉਸ ਸੇਵਾ ਤੋਂ ਬਾਅਦ ਅੱਜ ਮਨ ਨੂੰ ਕਿਹੋ ਜਿਹਾ ਦੁੱਖ? ਤਾਂ ਇੱਕ ਮੇਰੇ ਮਨ ਨੂੰ, ਹਰਜੋਤ ਬੇਟਾ, ਮੇਰੇ ਮਨ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਮੈਨੂੰ ਕਿਹਨਾਂ ਮਜਬੂਰੀਆਂ ਕਈ ਛੱਡਣੀਆਂ ਚਾਹੀਦੀਆਂ। ਮੈਨੂੰ ਇਸ ਗੱਲ ਦੀ ਵੀ ਦੁੱਖ ਹੈ ਕਿ ਮੈਂ ਆਪਣੀ ਡਿਊਟੀ ਪੂਰੀ ਪਰਫਾਰਮ ਨਹੀਂ ਕਰ ਸਕਿਆ। ਜਿਹੜੇ ਇਸ਼ੂ ਤੇ ਮੁੱਦੇ 'ਤੇ ਮੈਂ ਲੜਨਾ ਚਾਹੁੰਦਾ ਸੀ ਉਹ ਮੈਂ ਨਹੀਂ ਲੜ ਸਕਿਆ, ਲੇਕਿਨ ਹੁਣ ਮੈਨੂੰ ਇੱਧਰ ਚਾਂਸ ਮਿਲਿਆ। ਮੈਂ ਉਹਨਾਂ ਮੁੱਦਿਆਂ ਉੱਤੇ ਲੜੂੰਗਾ ਔਰ ਇਹਨਾਂ ਬੰਦਿਆਂ ਦੇ ਢਿੱਡ ਚਗਾ ਕੇ ਢਿੱਡ ਦਿਖਾਊਂਗਾ ਕਿ ਇਹਨਾਂ ਦੇ ਵਿੱਚ ਕੀ ਹੈਗਾ। ਚਲੋ, ਇਹ ਨੇ ਸੀ ਸਾਡੇ ਨਾਲ ਸਰਦਾਰ ਜੋਗਿੰਦਰ ਸਿੰਘ ਮਾਨ। ਸੋ ਇਹਨਾਂ ਨੇ ਅੱਜ ਆਪਣੇ ਮੁੱਦਿਆਂ ਦੇ ਬਾਰੇ ਗੱਲ ਕੀਤੀ ਹੈ, ਕਿਹਨਾਂ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜਨਗੇ, ਅਤੇ ਇਹ ਕਾਂਗਰਸ ਹਾਈਕਮਾਂਡ ਤੋਂ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਅਤੇ ਮਾਨ ਸਾਹਿਬ ਦਾ ਕਹਿਣਾ ਹੈ ਕਿ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਚੀਜ਼ ਦਾ ਖਮਿਆਜਾ ਕਾਂਗਰਸ ਪਾਰਟੀ ਨੂੰ ਜ਼ਰੂਰ ਭੁਗਤਣਾ ਪਏਗਾ ਅਤੇ ਸਾਰਾ ਸੱਚ ਲੋਕਾਂ ਦੇ ਸਾਹਮਣੇ ਨਿਕਲ ਕੇ ਆਵੇਗਾ। ਫਗਵਾੜਾ ਤੋਂ ਹਰਜੋਤ ਸਿੰਘ ਚਾਨਾ ਦੀ ਵਿਸ਼ੇਸ਼ ਰਿਪੋਰਟ।